कल कह रही सी मम्मी मैं मेहंदी लिख के जा रही हूँ तेरे ते अवनीत नाम अपना। मम्मी जो मेहंदी वो होएगी ना तेरी उधर ही मैं तेरे कोल पहुंच जाऊंगी जो मेहंदी उतरेगी तेरी। नहीं जाना चाहती कोटा बिल्कुल सुक्का कर रहा हूं। मैं तो बिल्कुल भी नहीं जाना चाहती सर। बच्ची जाते जाते मैनू कहंदी मम्मी इदां दी मां कोई देखी है जिहड़ी अपनी बच्ची नू कल्ली नू छड्ड दे। कहंदी पहली मां कहंदी जिहड़ी तू बच्ची नू इदां कल्ली नू छड्डण जा रही। फिर बच्ची मेरे गोडियां ते सोई पई। मैं क्या बच्चे हुण आपां नेड़े आ गए पुत्तर मेरे नाल कुछ गल्लां कर ले। पुत्तर उठ के कहंदी मम्मी ये गोदी पता नहीं कदों नसीब होवेगी मैनू अपनी गोदी च सो लेंदे। बच्ची भी उच्ची उच्ची रोन लग गई ते बच्ची नू कुट के उन्होंने कमरे च दोनों ने बाप पुत्तां ने चक के कमरे च बंद करता। ते सानू बच्ची कहंदी तुहानू तां मम्मी एवें घड़ीस रहे सी जिवें कुत्तियां नू घड़ीसीदा हुंदा। कहंदा जदों मैनू अंदर बंद किया मैं अंदरों देखिया। डैडी ते चाचू ने डैडी सुनाम वाले चाचू ते जगविंदर सिंह जी डैडी उन्होंने ना मैनू ना थप्पड़ मारे ते मैनू ना रूम च बंद कर दिता। सारी सारी रात उन्हें बुखार चढ़ता सी मैं बैठती सी उदा मुल कौन देगा। अज मैं अपनी बच्ची नू मिलन तो भी तरस सकती। बीते कल एक 9 साल की बच्ची ਜਿਹੜੀ ਚੀਖ ਕੇ ਕਹਿ ਰਹੀ ਸੀ ਕਿ ਮੈਂ ਆਪਣੇ ਪਾਪਾ ਕੋਲ ਨਹੀਂ ਜਾਣਾ ਮੈਂ ਆਪਣੇ ਇਸ ਮੰਮੀ ਪਾਪਾ ਕੋਲ ਰਹਿਣਾ। ਪਟਿਆਲਾ ਜ਼ਿਲ੍ਹੇ ਦਾ ਪਿੰਡ ਪਟਿਆਲਾ ਦੀ ਜੜ ਦੇ ਵਿੱਚ ਪਿੰਡ ਜਲਾਲਪੁਰ ਜਿੱਥੇ 9 ਸਾਲ ਦੀ ਬੱਚੀ ਪਿਛਲੇ ਤਕਰੀਬਨ 8.5 ਸਾਲਾਂ ਤੋਂ ਰਹਿ ਰਹੀ ਸੀ 7-8 ਮਹੀਨਿਆਂ ਦੀ ਸੀ ਜਦੋਂ ਇੱਥੇ ਉਹਨਾਂ ਨੂੰ ਇੱਕ ਮਨੋਹਰ ਲਾਲ ਤੇ ਉਹਨਾਂ ਦੀ ਪਤਨੀ ਰਾਜ ਕੌਰ ਨੇ ਆਪਣੀ ਬੇਟੀ ਬਣਾ ਕੇ ਪਾਲਿਆ। ਉਹਦਾ ਕਾਰਨ ਇਹ ਸੀ ਕਿ ਬੱਚੀ ਦੇ ਘਰ ਕੋਈ ਵੀ ਉਹਨੂੰ ਸੰਭਾਲ ਕਰਨ ਵਾਲੀ ਔਰਤ ਨਹੀਂ ਸੀ। ਉਹਦੀ ਦਾਦੀ ਦੀ ਡੈਥ ਹੋ ਚੁੱਕੀ ਸੀ ਔਰ ਬੱਚੀ ਦੀ ਮਾਂ ਨੇ ਉਹਦੇ ਪਿਤਾ ਤੋਂ ਤਲਾਕ ਲੈ ਲਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਨੇ ਉਹਨਾਂ ਨੇ ਸਾਂਭੀ ਸੀ ਔਰ ਬੀਤੇ ਕੱਲ ਕੋਰਟ ਦੇ ਰਾਹੀਂ ਉਹ ਬੱਚੀ ਨੂੰ ਬੇਸ਼ੱਕ ਲੈ ਗਏ ਆ ਪਰ ਬੱਚੀ ਉੱਥੇ ਬਿਲਕੁਲ ਨਹੀਂ ਜਾਣਾ ਚਾਹੁੰਦੀ ਸੀ। ਔਰ ਇਹ ਸਾਰੇ ਕਾਸੇ ਲਈ ਅਸੀਂ ਅੱਜ ਪਹੁੰਚੇ ਹਾਂ ਪਿੰਡ ਜਲਾਲਪੁਰ ਵਿਖੇ ਜਿਨ੍ਹਾਂ ਨੇ ਬੱਚੀ ਨੂੰ ਪਾਲਿਆ ਉਸ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ। ਸਾਡੇ ਨਾਲ ਮੌਜੂਦ ਨੇ ਮਨੋਹਰ ਲਾਲ ਜੀ ਤੇ ਉਹਨਾਂ ਦੀ ਪਤਨੀ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਉਸ ਬੱਚੀ ਦੇ ਨਾਲ ਕੀ ਰਿਸ਼ਤਾ ਸੀ? ਅਸੀਂ ਤਾਂ ਆਪਣੀ ਬੇਟੀ ਬਣਾ ਕੇ ਪਾਲਿਆ ਹੋਇਆ ਸੀ ਉਹਨੂੰ ਮਤਲਬ ਕਿ ਜੀ ਵੈਸੇ ਮੇਰੇ ਸਾਡੂ ਦੀ ਪੋਤੀ ਸੀ ਉਹ ਸਾਡੂ ਦੇ ਲੜਕੇ ਦੀ ਪੋਤੀ ਸੀ। ਮੇਰੀ ਸਾਲੀ ਦੀ ਡੈਥ ਹੋ ਗਈ ਸੀ 8 ਅਪ੍ਰੈਲ 2012 ਨੂੰ ਤੇ ਉਹਦੀ ਘਰ ਵਾਲੀ ਸੀ ਜਿਹੜੀ ਲੜਕੇ ਦੀ ਉਹ ਭੋਗ ਵਾਲੇ ਦਿਨ ਹੀ ਉੱਥੇ ਚਲੀ ਗਈ ਸੀ। ਉਸ ਤੋਂ ਬਾਅਦ ਇਹਨਾਂ ਤਲਾਕ ਹੋ ਗਿਆ ਕੁਝ ਦਿਨ ਬਾਅਦ ਤੇ ਤਲਾਕ ਤੋਂ ਬਾਅਦ ਉਹਨਾਂ ਫੈਸਲਾ ਦਾ ਲੜਕੀ ਨੂੰ ਕੋਈ ਬੱਚੀ ਨੂੰ ਲਿਆ ਤੇ ਇਹਨਾਂ ਦੇ ਘਰੇ ਕੋਈ ਹੈ ਨਹੀਂ ਸੀ ਨਾ ਇਹ ਲੈਣ ਨੂੰ ਤਿਆਰ ਸੀ ਤੇ ਇਸ ਤੋਂ ਬਾਅਦ ਅਸੀਂ ਬੱਚੀ ਨੂੰ ਲਿਆਏ ਤੇ ਅਸੀਂ ਰੱਖਾਂਗੇ ਅਸੀਂ ਪਾਲਾਂ ਪੋਸਾਂਗੇ ਤੇ ਉਸ ਤੋਂ ਬਾਅਦ ਅਸੀਂ ਪਾਲਿਆ ਬਹੁਤ ਲਾਡਾਂ ਨਾਲ ਪਾਲਿਆ ਪੜ੍ਹਾ ਲਿਖਾ ਰਹੇ ਸੀ ਮਤਲਬ ਕਿ ਸਾਰਾ ਜੋ ਵੀ ਕਰ ਰਹੇ ਸੀ ਅਸੀਂ ਆਪ ਕਰ ਰਹੇ ਸੀ ਜਿੰਨਾ ਪੜ੍ਹਾਈ ਦਾ ਖਰਚਾ ਹੋਰ ਖਰਚਾ ਤੇ ਬੱਚੀ ਨੂੰ ਹੁਣ ਇਹਨਾਂ ਨੇ ਥੋੜ੍ਹੇ ਟਾਈਮ ਬਾਅਦ ਪਾ ਕੇ ਵਿੱਚ ਸਾਡੇ ਨਾਲ ਪਹਿਲਾਂ ਤਾਂ ਪ੍ਰੇਮ ਪਿਆਰ ਸੀਗਾ ਬਹੁਤ ਉਸ ਤੋਂ ਬਾਅਦ ਇਹਨੇ ਦੂਜੀ ਗੁਰਪ੍ਰੀਤ ਨੇ ਦੂਜੀ ਸ਼ਾਦੀ ਕਰਾ ਲਈ। ਲੜਕੀ ਦੇ ਪਿਤਾ ਨੇ ਦੂਸਰੀ ਸ਼ਾਦੀ ਕਰਵਾ ਲਈ? ਲੜਕੀ ਦੇ ਪਿਤਾ ਗੁਰਪ੍ਰੀਤ ਨੇ ਦੂਜੀ ਸ਼ਾਦੀ ਕਰਾ ਲਈ ਜੀ ਤੇ ਉਸ ਥੋੜ੍ਹੀ ਦੇਰ ਬਾਅਦ ਉਸ ਤੋਂ ਵੀ ਡਿਵੋਰਸ ਲੈ ਲਿਆ। ਉਹਦੇ ਨਾਲ ਕੋਈ ਝਗੜਾ ਕਰਿਆ ਤੇ ਸਾਨੂੰ ਕਹਿਣ ਲੱਗੇ ਵੀ ਤੁਸੀਂ ਇੱਥੇ ਸਾਡੇ ਘਰੇ ਆਏ ਵੀ ਤੁਸੀਂ ਇੱਥੋਂ ਕੰਪਲੇਨ ਲਿਖਾਓ। ਵੈਸੇ ਤਾਂ ਉਸ ਨਾਮ ਦੇ ਰਹਿਣ ਵਾਲੇ ਆ ਉੱਥੇ ਬਣਦੀ ਸੀ ਵੀ ਤੁਸੀਂ ਇੱਥੋਂ ਕੰਪਲੇਨ ਲਿਖਾਓ ਵੀ ਲੜਕੀ 'ਤੇ ਬਲੇਮ ਲਾਓ ਵੀ ਇਹ ਠੀਕ ਨਹੀਂ ਸੀਗੀ ਚਾਲ ਚੱਲਣ ਠੀਕ ਨਹੀਂ ਸੀਗਾ। ਵੈਸੇ ਉਹ ਆਸਟ੍ਰੇਲੀਆ ਰਹਿੰਦੀ ਹੈ ਆਪਾਂ ਦੇਖਿਆ ਨਹੀਂ ਸੀ ਅਸੀਂ ਉਹਦੇ ਬਲੇਮ ਕਿਵੇਂ ਲਾਵਾਂਗੇ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਇਹ ਸਾਡੇ ਨਾਲ ਥੋੜ੍ਹੀ ਖੁੰਦਕ ਰੱਖਣ ਲੱਗੇ ਤੇ ਕਹਿੰਦੇ ਇਹਦੇ ਨਾਲ ਨਿਪਟ ਕੇ ਤੁਹਾਡੇ ਨਾਲ ਵੀ ਨਿਪਟਾਂਗੇ ਤੇ ਹੁਣ ਇਹ ਟਾਈਮ ਆ ਗਿਆ ਬੱਚੀ ਨੂੰ ਸਾਡੇ ਤੋਂ ਮਤਲਬ ਕਿ ਖੋਹ ਕੇ ਲੈ ਕੇ ਮਤਲਬ ਕਿ ਕੋਰਟ ਦੇ ਰਾਹੀਂ ਕਰਕੇ ਉਹ ਬੱਚੀ ਉੱਥੇ ਰਹਿਣਾ ਨਹੀਂ ਚਾਹੁੰਦੀ ਬਹੁਤ ਰੋ ਰਹੀ ਸੀ ਤੇ ਸਾਨੂੰ ਵੀ ਬਹੁਤ ਦੁੱਖ ਹੋ ਰਿਹਾ ਇਸਦਾ। ਕਿਸ ਤਰ੍ਹਾਂ ਦੇ ਬਲੇਮ ਉਹਨਾਂ ਨੇ ਕਿਹਾ ਸੀ? ਜਿਹੜੀ ਬੱਚੀ ਦੇ ਪਿਤਾ ਦੀ ਦੂਜੀ ਮੈਰਿਜ ਹੋਈ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਔਰਤ ਤੇ ਉਸ ਕੁੜੀ ਤੇ ਬਲੇਮ ਲਾਓ। ਉਹ ਕਿਸ ਤਰ੍ਹਾਂ ਦੇ ਬਲੇਮ ਚਾਹੁੰਦੇ ਸੀ ਜਿਹੜੇ ਲਾਉਣੇ ਆ? ਤੁਹਾਡੀ ਪਤਨੀ ਤੋਂ ਪੁੱਛ ਲੈਂਦੇ। ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਵੀ ਕਹਿ ਦਿਓ ਵੀ ਇਹ ਕੁੜੀ ਠੀਕ ਨਹੀਂ ਹੈਗੀ ਸਾਡੇ ਕੋਲ ਕੁੜੀ ਪੜ੍ਹਦੀ ਹੈ ਤੁਸੀਂ ਪਹਿਲਾਂ ਤਾਂ ਇਹ ਰਿਪੋਰਟ ਲਿਖਾਓ ਸਨੌਰ ਜਾ ਕੇ ਵੀ ਕੁੜੀ ਸਾਡੇ ਕੋਲ ਪੜ੍ਹਦੀ ਹੈ ਜਿਹੜੀ ਬਹੂ ਹੈ ਉਹ ਵੀ ਸਾਡੇ ਕੋਲ ਹੀ ਆਉਂਦੀ ਹੈ ਸੁਨਾਮ ਨਹੀਂ ਜਾਂਦੀ ਮੁੰਡਾ ਵੀ ਇੱਥੇ ਹੀ ਆਉਂਦਾ
ਤੇ ਇਹ ਮਾਤਾ ਪਿਤਾ ਇੱਥੇ ਹੀ ਰਹਿੰਦੇ ਆ। ਜਿਹੜੀ ਉਹ ਕੁੜੀ ਹੈ ਉਹ ਮਤਲਬ ਕਿ ਖਰਾਬ ਹੈ, ਉਸਦਾ ਕਰੈਕਟਰਲੈਸ ਹੈ ਕੁੜੀ। ਤੇ ਮੈਂ ਕਿਹਾ ਵੀ ਜਦ ਮੈਂ ਕਿਸੇ ਦੀ ਕੁੜੀ ਦਾ ਕਰੈਕਟਰਲੈਸ ਦੇਖਿਆ ਨਹੀਂ, ਗਲਤ ਨਹੀਂ ਦੇਖਿਆ, ਮੈਂ ਗਲਤ ਬਿਆਨ ਨਹੀਂ ਦੇ ਸਕਦੀ, ਮੈਂ ਇਹ ਕੰਮ ਨਹੀਂ ਕਰ ਸਕਦੀ। ਫਿਰ ਉਹਨੂੰ ਫਿਰ ਇਹ ਨਾ ਇੱਥੋਂ ਚਲੇ ਗਏ, ਕਹਿੰਦੇ ਅੱਛਾ, ਕਹਿੰਦੇ ਚਲੋ ਠੀਕ ਹੈ, ਜੇ ਤੂੰ ਨਹੀਂ ਕਰਦੀ ਸਾਡੇ ਬਾਰੇ ਇਹ ਗੱਲ, ਕਹਿੰਦੇ ਕੋਈ ਨਹੀਂ, ਇੱਦਾਂ ਕਹਿ ਕੇ ਚਲੇ ਗਏ। ਕਹਿੰਦੇ ਫਿਰ ਦੇਖਾਂਗੇ ਤੁਹਾਨੂੰ। ਫਿਰ ਇਹਨਾਂ ਨੇ ਉਹਨਾਂ ਨੂੰ ਨਿਪਟ ਕੇ ਉਸ ਕੁੜੀ ਨਾਲ ਕਹਿੰਦੇ ਬਾਅਦ 'ਚ ਤੇਰੇ ਤੋਂ ਬਦਲਾ ਲਵਾਂਗੇ। ਫਿਰ ਕਹਿੰਦੇ ਹੁਣ ਕਹਿੰਦੇ ਫਿਰ ਇਹਨਾਂ ਨੂੰ ਵੀ ਦਿਖਾਵਾਂਗੇ ਵੀ ਕਿਵੇਂ ਸਾਡੇ ਨਾਲ ਨਹੀਂ ਲੱਗੇ। ਇਹ ਬੱਚੀ ਕਰਕੇ ਮੈਨੂੰ ਇੱਦਾਂ ਬਲੈਕਮੇਲ ਕਰ ਰਹੇ ਸੀ ਵੀ ਤੂੰ ਗਲਤ ਉਹਦੇ ਖਿਲਾਫ ਕਹਿ ਵੀ ਇਹ ਕੁੜੀ ਦਾ ਕਰੈਕਟਰਲੈਸ ਹੈ, ਕੁੜੀ ਠੀਕ ਨਹੀਂ ਹੈਗੀ। ਤੇ ਕਦੇ ਕਿਸੇ ਦੇ ਨਾਲ ਮੁੰਡੇ ਨਾਲ ਜਾਂਦੀ ਹੈ ਇਹ ਬਹੂ ਜਿਹੜੀ ਆਸਟ੍ਰੇਲੀਆ ਤੋਂ ਆਉਂਦੀ ਆ, ਕਦੇ ਕਿਸੇ ਦੇ ਨਾਲ ਜਾਂਦੀ ਆ। ਮੈਂ ਕਿਹਾ ਇੱਦਾਂ ਦੀ ਜਦ ਉਹ ਹੈ ਹੀ ਨਹੀਂ, ਮੈਂ ਕਿਉਂ ਕਿਸੇ ਦੀ ਧੀ ਭੈਣ ਨੂੰ ਗਲਤ ਕਵਾਂ। ਬਸ ਇਸ ਖੁੰਦਕ 'ਚੋਂ ਇਹਨਾਂ ਨੇ ਇਹ ਕਹਿੰਦੇ ਸਾਨੂੰ ਬੱਚੀ ਨਾਲ ਕੋਈ ਲਗਾਵ ਨਹੀਂ। ਉਸ ਦਿਨ ਮੈਂ ਮੇਰੇ ਜੀਜਾ ਜੀ ਨੂੰ ਕਿਹਾ, ਮੈਂ ਕਿਹਾ ਆਪਣਾ ਤਾਂ ਬੜਾ ਪਿਆਰ ਸੀ, ਕਦੇ ਲੜਾਈ ਨਹੀਂ ਹੋਈ। ਉਹ ਕਹਿੰਦੇ ਪਿਆਰ ਤਾਂ ਹੈਗਾ ਸੀ, ਕਹਿੰਦੇ ਪਰ ਤੁਸੀਂ ਸਾਡਾ ਸਾਥ ਨਹੀਂ ਨਾ ਦਿੱਤਾ, ਮੈਂ ਤੁਹਾਡੇ ਤੋਂ ਉਹੀ ਖੁੰਦਕ ਕੱਢ ਰਿਹਾ। ਉਹਨੇ ਸਾਫ਼ ਕਿਹਾ ਮੇਰੇ ਜੀਜਾ ਜੀ ਨੇ, ਕਹਿੰਦੇ ਤੁਸੀਂ ਰਿਪੋਰਟ ਕਿਉਂ ਨਹੀਂ ਕਰਾਈ ਜਦੋਂ ਤੁਹਾਡੇ ਕੋਲ ਕੁੜੀ ਰਹਿੰਦੀ ਹੈ, ਉੱਥੇ ਪੜ੍ਹਦੀ ਤੁਹਾਡੇ ਕੋਲ ਹੈ, ਪਰ ਤੁਸੀਂ ਇਹ ਰਿਪੋਰਟ ਕਿਉਂ ਨਹੀਂ ਕਰਾਈ ਵੀ ਕੁੜੀ ਵੀ ਬਹੂ ਵੀ ਸਾਡੇ ਕੋਲ ਹੀ ਆਉਂਦੀ ਆ। ਇਹ ਰਿਪੋਰਟ ਕਰਕੇ ਕਹਿੰਦਾ ਮੈਂ ਤੇਰੇ ਨੂੰ ਉਹ ਕਰ ਰਿਹਾ। ਤੁਹਾਡੇ ਕੋਲ ਨਹੀਂ ਆਉਂਦੀ ਸੀ ਉਹਦੀ ਦੂਜੀ ਘਰਵਾਲੀ? ਨਾ ਜੀ, ਵੈਸੇ ਇੱਦਾਂ 1-2 ਦਿਨ ਹੀ ਆਉਂਦੀ ਸੀ ਮਿਲਣ ਵਾਸਤੇ, ਬਸ ਉਂਝ ਰਹਿਣ ਵਾਸਤੇ ਤਾਂ ਨਹੀਂ। ਉਹ ਕਹਿੰਦਾ ਸੀ ਵੀ ਇੱਥੇ ਹੀ ਰਹਿੰਦੀ ਆ ਪੱਕਾ, ਵੀ ਸਨਾਮ ਤਾਂ ਜਾਂਦੀ ਨਹੀਂ, ਇੱਥੇ ਹੀ ਪੱਕਾ ਰਹਿੰਦੇ ਆ। ਗੁਰਪ੍ਰੀਤ ਵੀ ਇੱਥੇ ਆ ਕੇ ਰਹਿੰਦਾ, ਬਹੂ ਵੀ ਇੱਥੇ ਹੀ ਆ ਕੇ ਰਹਿੰਦੇ ਆ ਵੀ ਸਨਾਮ। ਮੈਂ ਕਿਹਾ ਸਨਾਮ ਤੋਂ ਰਿਪੋਰਟ ਕਰਾਓ ਜਿੱਥੇ ਰਹਿੰਦੇ ਆ ਤੁਸੀਂ, ਵੀ ਇੱਥੇ ਤਾਂ ਪ੍ਰਾਹੁਣਿਆਂ ਕੀ ਤਰ੍ਹਾਂ ਆਉਂਦੇ ਆ। ਵੀ ਮੈਂ ਐਡੀ ਗੱਲ ਕਿਉਂ ਗਲਤ ਬੋਲਾਂ ਕਿਸੇ ਨੂੰ, ਮੈਂ ਇਸ ਕਰਕੇ ਉਹਨਾਂ ਨੇ ਇਹ ਖੁੰਦਕ ਕੱਢੀ ਹੈ ਸਾਡੇ ਤੋਂ। ਤੁਹਾਡੀ ਭੈਣ ਦੀ ਪੋਤਰੀ ਸੀ ਉਹ, ਜਿਹਨੂੰ ਤੁਸੀਂ ਪਾਲਿਆ, ਔਰ ਉਸ ਤੋਂ ਬਾਅਦ ਤੁਸੀਂ ਇੱਕ ਮਾਂ ਬਣ ਕੇ ਉਹਨੂੰ ਪਾਲਿਆ। ਤੇ ਕੀ ਤੁਸੀਂ ਜਦੋਂ ਉਹਨਾਂ ਨੇ ਤੁਹਾਨੂੰ ਬੱਚੀ ਦਿੱਤੀ ਹੈ, ਤੁਸੀਂ ਅਡਾਪਟ ਕੀਤੀ ਹੈ ਬੱਚੀ, ਕੋਈ ਕਾਗਜ਼ੀ ਕਾਰਵਾਈ ਨਹੀਂ ਕਰਵਾਈ ਉਦੋਂ? ਨਾ ਜੀ ਨਾ, ਸਾਡਾ ਤਾਂ ਪਿਆਰ ਹੀ ਬਹੁਤ ਸੀ। ਮੈਂ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਸਮਝਦੀ ਸੀ। ਮੁੰਡਿਆਂ ਨੂੰ ਮੇਰੇ ਬਹੁਤ ਜ਼ਿਆਦਾ ਹੀ ਪਿਆਰ ਸੀ। ਵਿਗੜੀ ਇੱਥੋਂ ਪਈ ਆ ਜਿਹੜੀ ਬੱਚੀ ਦੂਜੇ ਵਿਆਹ ਤੋਂ ਬਾਅਦ ਜਿਹੜੀ ਹੈ। ਮੈਂ ਰਿਪੋਰਟ ਨਹੀਂ ਨਾ ਕਰਾਈ। ਇੱਕ ਉਹਦੇ ਭਰਾ ਦਾ ਸਹੁਰਾ ਤੇ ਚਾਚੀ ਹੈ ਕੁੜੀ ਦੀ, ਉਹਨਾਂ ਨੇ ਉਂਗਲੀਆਂ ਲਾ ਕੇ ਇਹਨੂੰ ਗੁਰਪ੍ਰੀਤ ਨੂੰ ਭੜਕਾ ਕੇ ਸਾਰਾ, ਤੇ ਚਾਚੇ ਨੇ ਇਹ ਕੰਮ ਖਰਾਬ ਕੀਤਾ ਇਹਨਾਂ ਨੇ। ਗੁਰਪ੍ਰੀਤ ਬੱਚੀ ਦੇ ਪਿਤਾ ਦਾ ਨਾਮ ਹੈ? ਹਾਂਜੀ ਹਾਂ। ਅਸੀਂ ਕੱਲ ਸਾਰਾ ਮੀਡੀਆ ਦੇਖ ਰਿਹਾ ਸੀ, ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਖਬਰ ਚੱਲ ਰਹੀ ਹੈ ਕਿ ਬੱਚੀ ਚੀਖ ਕੇ ਕਹਿ ਰਹੀ ਸੀ ਕਿ ਮੈਂ ਆਪਣੇ ਪਿਤਾ ਕੋਲ ਨਹੀਂ ਜਾਣਾ, ਮੇਰੇ ਮੰਮੀ ਡੈਡੀ ਤੁਸੀਂ ਹੋ, ਮੈਂ ਇੱਥੇ ਰਹਿਣਾ, ਮੈਨੂੰ ਇੱਥੇ ਰੱਖ ਲਓ। ਸੋ ਇਹ ਜਿਹੜਾ ਕੋਰਟ ਦਾ ਫੈਸਲਾ ਆਇਆ ਹੈ, ਉਸ ਤੋਂ ਬਾਅਦ ਬੱਚੀ ਨੂੰ ਤੁਸੀਂ ਉਹਨਾਂ ਦੇ ਘਰ ਪਹੁੰਚਾਤਾ। ਉਸ ਤੋਂ ਬਾਅਦ ਕੱਲ ਤੋਂ ਲੈ ਕੇ ਅੱਜ ਤੱਕ ਤੁਹਾਡਾ ਬੱਚੀ ਨਾਲ ਕੋਈ ਫੋਨ ਤੇ ਕੋਈ ਤਾਲਮੇਲ ਹੋਇਆ? ਨਾ ਜੀ, ਬਿਲਕੁਲ ਨਹੀਂ ਹੋਇਆ, ਬਿਲਕੁਲ ਵੀ ਨਹੀਂ ਹੋਇਆ ਜੀ। ਬੱਚੀ ਜਾਂਦੇ ਮੈਨੂੰ ਕਹਿੰਦੀ ਮੰਮੀ ਇੱਦਾਂ ਦੀ ਮਾਂ ਕੋਈ ਦੇਖੀ ਹੈ ਜਿਹੜੀ ਆਪਣੀ ਬੱਚੀ ਨੂੰ ਇਕੱਲੀ ਨੂੰ ਛੱਡ ਦੇ। ਕਹਿੰਦੀ ਪਹਿਲੀ ਮਾਂ, ਕਹਿੰਦੀ ਜਿਹੜੀ ਤੂੰ ਬੱਚੀ ਨੂੰ ਇੱਦਾਂ ਇਕੱਲੀ ਨੂੰ ਛੱਡਣ ਜਾ ਰਿਹਾ। ਫਿਰ ਬੱਚੀ ਮੇਰੇ ਗੋਡਿਆਂ ਤੇ ਸੋਈ ਪਈ। ਮੈਂ ਕਿਹਾ ਬੱਚੇ ਹੁਣ ਆਪਾਂ ਨੇੜੇ ਆ ਗਏ ਪੁੱਤਰ, ਮੇਰੇ ਨਾਲ ਕੁਝ ਗੱਲਾਂ ਕਰ ਲੈ ਪੁੱਤਰ ਉੱਠ ਕੇ। ਕਹਿੰਦੀ ਮੰਮੀ ਇਹ ਗੋਦੀ ਪਤਾ ਨਹੀਂ ਕਦੋਂ ਨਸੀਬ ਹੋਵੇਗੀ, ਮੈਨੂੰ ਆਪਣੀ ਗੋਦੀ 'ਚ ਸੋ ਲੈਂਦੇ। ਉਸ ਤੋਂ ਬਾਅਦ ਬੱਚੀ ਦੀ ਇੱਕ ਉਹਨਾਂ ਨੇ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਜਾਰੀ ਹੋਈ ਹੈ ਕਿ ਉਹ ਆਪਣੇ ਪਿਓ ਨਾਲ, ਆਪਣੇ ਚਾਚੇ ਨਾਲ ਖੇਡ ਰਹੀ ਹੈ, ਉਹਨਾਂ ਦਾ ਮੂੰਹ ਵੀ ਚੁੰਮ ਰਹੀ ਹੈ। ਸੋ ਉੱਥੇ ਇਸ ਤਰ੍ਹਾਂ ਦੀ ਹੈ ਕਿ ਉਹ ਪੁੱਛ ਰਹੇ ਹੈ ਕਿ ਤੂੰ ਖੁਸ਼ ਹੈ, ਤਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਪਾਪਾ, ਉਹ ਸਾਰਾ ਕੁਝ ਪੁੱਛ ਰਹੇ ਹੈ। ਸੋ ਵੀਡੀਓ ਦੇਖਣ 'ਚ ਇਹ ਵੀ ਲੱਗਦਾ ਹੈ ਕਿ ਬੱਚੀ ਉੱਥੇ ਵੀ ਖੁਸ਼ ਹੈ, ਪਰ ਅਸਲ ਕਹਾਣੀ ਕੀ ਹੈ? ਤੁਹਾਡੇ ਨਾਲ ਤੁਸੀਂ ਕਹਿ ਰਹੇ ਹੋ ਕਿ ਕੱਲ੍ਹ ਤੋਂ ਬੱਚੀ ਦਾ ਤਾਲਮੇਲ ਹੈ ਜਿਹੜਾ ਉਹ ਨਹੀਂ ਹੋਇਆ। ਹਾਂ, ਇੱਥੇ ਗੱਲ ਬੱਚੀ ਜਦੋਂ ਅਸੀਂ ਮੀਡੀਆ 'ਤੇ ਦੇਖੀ ਹੈ ਕਿ ਉਹ ਕਹਿ ਰਹੀ ਸੀ ਕਿ ਜਦੋਂ ਮੈਂ ਪਿਛਲੀ ਵਾਰ ਉੱਥੇ ਗਈ ਸੀ ਤਾਂ ਮੇਰੇ ਨਾਲ ਮੇਰੇ ਪਿਓ ਨੇ, ਮੇਰੇ ਚਾਚੇ ਨੇ ਜਿਹੜੀ ਕੁੱਟਮਾਰ ਵੀ ਕੀਤੀ ਹੈ, ਮੈਨੂੰ ਕਮਰੇ 'ਚ ਵੀ ਬੰਦ ਕਰ ਦਿੱਤਾ ਸੀ। ਉਹ ਕਿਉਂ ਬੰਦ ਕੀਤਾ ਸੀ ਉਹਨਾਂ ਨੇ? ਕੀ ਵਾਕਈ ਬੱਚੀ ਉੱਥੇ ਖੁਸ਼ ਹੈ ਜਾਂ ਹੁਣ ਵੀ ਡਰਾ ਧਮਕਾ ਕੇ ਕੁਝ ਇੱਦਾਂ ਦੇ ਕਰਾ ਰਹੇ ਆ ਜੀ? ਸਾਰਾ ਕੁਝ ਡਰਾ ਧਮਕਾ ਕੇ ਉਹਨਾਂ ਨੇ ਸਾਡੇ ਸਾਹਮਣੇ ਹੀ ਕੁੱਟਿਆ ਸੀ ਬੱਚੀ ਨੂੰ। ਮੈਂ ਤੇ ਮੇਰੀ ਬੇਟੀ ਗਏ ਹੋਏ ਸੀ, ਸਾਡੇ ਸਾਹਮਣੇ ਹੀ ਕੁੱਟਿਆ ਬੱਚੀ ਨੂੰ। ਕਿਹੜੀ ਗੱਲੋਂ ਕੁੱਟਿਆ ਸੀ ਉਹਨਾਂ ਨੇ? ਉਹ ਬੱਚੀ ਕਹਿੰਦੀ ਮੈਂ ਮੇਰੀ ਮੰਮਾ ਨਾਲ ਜਾਣਾ, ਤੇ ਦਾਦਾ ਕਹਿੰਦਾ ਨਹੀਂ ਜਾਣਾ। ਫਿਰ ਬੱਚੀ ਹੱਥ ਜੋੜਨ ਲੱਗ ਗਈ। ਮੈਂ ਕਿਹਾ ਚਲੋ ਮੇਰੇ ਨਾਲ ਭੇਜ ਦਿਓ। ਮੈਂ ਵੀ ਹੱਥ ਜੋੜੇ, ਮੈਂ ਇੱਥੇ ਤੱਕ ਕਿ ਆਪਣੇ ਜੀਜੇ ਦੇ ਪੈਰਾਂ ਨੂੰ ਵੀ ਹੱਥ ਲਾਏ। ਮੈਂ ਕਿਹਾ ਮੇਰੀ ਬੱਚੀ ਨੂੰ ਭੇਜ ਦਿਓ ਮੇਰੇ ਨਾਲ, 2 ਦਿਨਾਂ ਵਾਸਤੇ ਹੀ ਭੇਜ ਦਿਓ। ਬੱਚੀ ਕਹਿ ਰਹੀ ਆ, ਕਹਿੰਦਾ ਨਾ ਹੁਣ ਨਹੀਂ ਬਿਲਕੁਲ ਜਾਏਗੀ, ਤੇਰੇ ਨਾਲ ਨਹੀਂ ਜਾਂਦੀ, ਤੈਨੂੰ ਨਾਲ ਨਹੀਂ ਭੇਜਣਾ। ਬੱਚੀ ਵੀ ਉੱਚੀ ਉੱਚੀ ਰੋਣ ਲੱਗ ਗਈ ਤੇ ਬੱਚੀ ਨੂੰ ਕੁੱਟ ਕੇ ਉਹਨਾਂ ਨੇ ਕਮਰੇ 'ਚ, ਦੋਨਾਂ ਨੇ ਬਾਪ ਪੁੱਤਾਂ ਨੇ ਚੱਕ ਕੇ ਕਮਰੇ 'ਚ ਬੰਦ ਕਰਤਾ
ਤੇ ਸਾਨੂੰ ਬੱਚੀ ਕਹਿੰਦੀ ਤੁਹਾਨੂੰ ਤਾਂ ਮੰਮੀ ਐਵੇਂ ਘੜੀਸ ਰਹੇ ਸੀ ਜਿਵੇਂ ਕੁੱਤਿਆਂ ਨੂੰ ਘੜੀਸੀਦਾ ਹੁੰਦਾ, ਕਹਿੰਦਾ ਜਦੋਂ ਮੈਨੂੰ ਅੰਦਰ ਬੰਦ ਕੀਤਾ ਮੈਂ ਅੰਦਰੋਂ ਦੇਖਿਆ। ਇਹ ਕਿੰਨੀ ਪੁਰਾਣੀ ਗੱਲ ਹੈ ਕਿ ਜਦੋਂ ਬੱਚੀ ਨੂੰ ਉਹਨਾਂ ਨੇ ਬੰਦ ਕੀਤਾ ਤੁਸੀਂ ਉਹਨਾਂ ਦੇ ਘਰ ਗਏ? ਇਹ 2 ਮਹੀਨੇ ਪਹਿਲਾਂ ਦੀ ਗੱਲ ਹੈ। 2 ਕੁ ਮਹੀਨੇ ਦੇ ਲਗਭਗ ਅਸੀਂ ਪਹਿਲਾਂ ਮਿਲਣ ਵਾਸਤੇ ਗਏ ਸੀ ਬੱਚੀ ਨੂੰ, ਤੇ ਵੀ ਚਲੋ ਦੇਖ ਕੇ ਆਉਂਦੇ ਹਾਂ। ਬੱਚੀ ਤਾਂ ਕਹਿੰਦੀ ਵੀ ਮੈਨੇ ਆਣਾ, ਤੇ ਉਹ ਕਹਿੰਦੇ ਅਸੀਂ ਜਾਣ ਨਹੀਂ ਦਿੰਦੇ, ਧੱਕੇ ਤੇ ਰੱਖ ਰਹੇ ਸੀ ਬੱਚੀ ਨੂੰ। ਬੱਚੀ ਮਤਲਬ ਪਹਿਲਾਂ ਵੀ ਉੱਥੇ ਜਾ ਚੁੱਕੀ ਸੀ, ਨਾਲੇ ਕੱਲ ਫੇਰ ਦੁਬਾਰਾ ਗਈ ਹੈ? ਉਹ ਬੱਚੀ 1 ਮਹੀਨਾ ਪਹਿਲਾਂ ਮੇਰੇ ਭਤੀਜੇ ਦਾ ਭੋਗ ਸੀ, ਉੱਥੇ ਆਏ ਸੀ। ਉੱਥੇ ਸਾਰੇ ਲੋਕਾਂ ਦੇ ਸਾਹਮਣੇ ਬੱਚੀ ਨਾ ਬਾਰ-ਬਾਰ ਆ ਕੇ ਮੇਰੀ ਗੋਦੀ 'ਚ ਬੈਠ ਜਾਂਦੀ, ਮੰਮੀ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ। ਅਤੇ ਮੈਨੂੰ ਉਹਦਾ ਚਾਚਾ ਕਹਿੰਦਾ ਕਿਉਂ ਨਹੀਂ ਭੇਜਦੀ ਹੈਗੀ ਮਾਸੀ ਤੂੰ। ਮੈਂ ਉੱਥੇ ਭੋਗ 'ਚ ਭਤੀਜੇ ਦਾ ਐਡਾ ਜਵਾਨ ਹੋਇਆ ਵੇ, ਮੈਂ ਉੱਥੇ ਮੈਂ ਕਿਹਾ ਚੱਲ ਚਲੇ ਜਾ। ਉਹ ਕਹਿੰਦੀ ਲੋਕਡਾਊਨ ਆ ਮੰਮੀ ਮੈਂ ਨਹੀਂ ਜਾਣਾ ਨਾ। ਉਹਨੇ ਬੱਚੀ ਕਹਿੰਦੀ ਮੈਨੂੰ ਇਹ ਕਹਿੰਦੇ ਆ ਮੁੜ ਕੇ ਤੈਨੂੰ ਆਣ ਨਹੀਂ ਦੇਣਾ। ਮੈਂ ਕਿਹਾ ਇੱਦਾਂ ਨਹੀਂ ਆਣ ਦੇਵਾਂਗੇ ਬੇਟਾ, ਤੂੰ ਚਲੀ ਜਾ ਚੱਲ। ਉਹ ਬੱਚੀ ਉੱਥੇ ਗਈ, ਉਹਨੂੰ ਜ਼ਬਰਦਸਤੀ ਕਰਿਆ। ਮੈਂ ਇੱਕ ਫੋਨ ਕਰਿਆ, ਮੈਂ ਕਿਹਾ ਬੇਟਾ ਕਦੋਂ ਆਣਾ? ਕਹਿੰਦੀ ਮੰਮੀ ਲੈ ਜਾਓ ਡੈਡੀ ਨੂੰ, ਕਹਿ ਦਿਓ ਮੈਨੂੰ ਲੈ ਜਾਣਗੇ। ਮੈਂ ਕਿਹਾ ਕੋਈ ਨਹੀਂ। ਫਿਰ ਮੈਂ ਮੁੰਡਾ ਭੇਜਿਆ, ਉਹਦੇ ਨਾਲ ਨਹੀਂ ਭੇਜਿਆ। ਫਿਰ ਮੈਂ ਆਪ ਗਈ ਤੇ ਮੈਨੂੰ ਮਾਰ ਕੁੱਟ ਕੇ ਤੇ ਮੇਰੀ ਬੇਟੀ ਨੂੰ ਮਾਰ ਕੁੱਟ ਕੇ ਸਾਨੂੰ ਕੱਢਤਾ। ਤੁਸੀਂ ਉਦੋਂ ਇਸ ਚੀਜ਼ ਦੀ ਸ਼ਿਕਾਇਤ ਨਹੀਂ ਕੀਤੀ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਜਾਂ ਬੇਟੀ ਨਾਲ ਕੁੱਟਮਾਰ ਹੋਈ ਹੈ, ਬੱਚੀ ਨਾਲ ਕੁੱਟਮਾਰ? ਹਾਂਜੀ ਹਾਂ, ਪੁਲਿਸ ਲੈ ਕੇ ਗਏ ਅਗਲੇ ਦਿਨ ਸੁਨਾਮ ਤੋਂ, ਪੁਲਿਸ ਲੈ ਕੇ ਗਏ ਸੀ ਨਾਲ। ਤੇ ਫਿਰ ਬਸ ਉਹਨਾਂ ਨੇ ਉਲਟਾ ਕਹਿੰਦੇ ਆ ਵੀ ਸਾਨੂੰ ਹੀ ਉਹ ਕਰਤਾ। ਅਸੀਂ ਸੁਨਾਮ ਕਿਹਾ ਜਾ ਕੇ ਵੀ ਹਾਂ ਸਾਨੂੰ ਇੱਦਾਂ ਮਾਰਿਆ ਕੁੱਟਿਆ ਤੇ ਬੇਟੀ ਨੂੰ ਕੁੱਟ ਕੇ ਬੰਦ ਕਰਿਆ। ਇਹਨਾਂ ਨੇ ਕੁੜੀ ਨੂੰ ਲੁਕੋਤਾ। ਫਿਰ ਗੁੜੀਆ ਕਹਿੰਦੀ ਸਾਡੀ, ਉਹ ਕਹਿੰਦੀ ਪਹਿਲਾਂ ਤਾਂ ਮੈਨੂੰ ਕਹਿੰਦੀ ਪਵਨ ਘੜੀਆਂ ਵਾਲਾ ਹੋਣਾ ਕੋਈ ਸੁਨਾਮ, ਕਹਿੰਦੀ ਉਹਦੇ ਘਰ ਰੱਖਿਆ। ਫਿਰ ਬਲਕਾਰ ਚਾਚੂ ਦੇ ਸਹੁਰਿਆਂ ਦੇ ਘਰ ਰੱਖਿਆ। ਫਿਰ ਬਲਕਾਰ ਦੇ ਘਰ ਰੱਖਿਆ। ਪਹਿਲਾਂ ਕਹਿੰਦੀ ਮਾਸਟਰ ਦੇ ਬਾਥਰੂਮ 'ਚ ਬੰਦ ਕਰਿਆ ਮੈਨੂੰ ਚਾਚੇ ਨੇ, ਉਹਦੇ ਨੇ। ਜਦੋਂ ਪੁਲਿਸ ਗਈ ਹੈ ਕਹਿੰਦੀ ਮੈਂ ਲੈਪਟਾਪ 'ਚ ਕਰਕੇ ਗਈ, ਮੰਮਾ ਮੈਂ ਉੱਪਰ ਜਾ ਰਹੀ ਹਾਂ, ਮੈਨੂੰ ਉੱਪਰ ਲੈ ਕੇ ਜਾ ਰਹੇ ਹਾਂ ਕੋਠੇ 'ਤੇ, ਤੂੰ ਮੇਰਾ ਲੈਪਟਾਪ ਅਸੀਂ ਦੇਖਿਆ ਨਹੀਂ ਉੱਥੇ ਜਦ ਅੰਦਰ ਵੜੇ। ਤੇ ਕਹਿੰਦੀ ਲੈਪਟਾਪ 'ਚ ਮੈਂ ਮੂਵੀ ਪਾ ਕੇ ਗਈ ਸੀ ਮੰਮਾ, ਮੈਂ ਉੱਪਰ ਜਾ ਰਹੀ ਹਾਂ, ਉੱਪਰ ਦੇਖ ਲਈ। ਮੈਂ ਕਿਹਾ ਮੈਨੂੰ ਕੋਈ ਲੈਪਟਾਪ, ਕਹਿੰਦੀ ਦੇਖਿਆ ਨਹੀਂ ਮੈਨੂੰ। ਕਹਿੰਦੀ ਮੈਂ ਕਿਹਾ ਨਾ। ਕਹਿੰਦੀ ਫਿਰ ਮੈਨੂੰ ਪਹਿਲਾਂ ਮਾਸਟਰ ਜੀ ਦੇ ਘਰ ਬਾਥਰੂਮ 'ਚ ਬੰਦ ਕਰਿਆ। ਫਿਰ ਕਹਿੰਦੀ ਮੈਨੂੰ ਬਲਕਾਰ ਚਾਚੂ ਕੇ ਘਰ ਲੈ ਕੇ, ਸਹੁਰਿਆਂ ਦੇ ਘਰ। ਫਿਰ ਬਲਕਾਰ ਕੇ ਘਰ ਪਵਨ ਘੜੀਆਂ ਵਾਲਾ ਹੋਣਾ ਕੋਈ ਸੁਨਾਮ, ਫਿਰ ਉਹਦੇ ਘਰ ਰੱਖਿਆ ਕਹਿੰਦੇ। ਤੁਸੀਂ ਇਹ ਦੋਸ਼ ਲਾਏ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਬੱਚੀ ਨੂੰ ਕੁੱਟਮਾਰ ਕੀਤੀ। ਉਸ ਤੋਂ ਬਾਅਦ ਕੋਰਟ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਬੱਚੀ ਆਪਦੇ ਪਿਤਾ ਕੋਲ ਰਹੇਗੀ। ਕਿ ਤੁਸੀਂ ਅੱਗੇ ਵੀ ਹਾਇਰ ਕੋਰਟ ਜਾ ਰਹੇ ਹੋ? ਤੁਸੀਂ ਹਾਈ ਕੋਰਟ ਨੇ ਜਿਹੜਾ ਤੁਹਾਡੀ ਜਿਹੜੀ ਅਪੀਲ ਸੀ ਉਹ ਖਾਰਜ ਕਰ ਦਿੱਤੀ ਹੈ, ਕਿ ਇਸ ਕਾਸੇ ਲਈ ਤੁਸੀਂ ਸੁਪਰੀਮ ਕੋਰਟ ਵੀ ਜਾਓਗੇ? ਅਸੀਂ ਸੁਪਰੀਮ ਕੋਰਟ ਜਾਣ ਬਾਰੇ ਵੀ ਹਲੇ ਸੋਚ ਰਹੇ ਹਾਂ, ਮਤਲਬ ਫੈਸਲਾ ਕਰਾਂਗੇ ਵੀ ਸੁਪਰੀਮ ਕੋਰਟ ਵੀ ਜਾਈਏ। ਮਤਲਬ ਬੱਚੀ ਵਾਸਤੇ, ਮਤਲਬ ਕਿ ਬੱਚੀ ਦੇ ਖਾਤਰ ਸਾਨੂੰ ਮਤਲਬ ਕੋਸ਼ਿਸ਼ ਕਰਾਂਗੇ ਪੂਰੀ ਜਿੱਥੇ ਤੱਕ ਹੋਵੇਗੀ, ਸੁਪਰੀਮ ਕੋਰਟ ਵੀ ਲਾਵਾਂਗੇ। ਮਤਲਬ ਕੱਲ੍ਹ ਤੋਂ ਲੈ ਕੇ ਬੱਚੀ ਦਾ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ ਹੋਇਆ? ਨਾ ਉਹਨਾਂ ਨੇ ਫੋਨ ਕੀਤਾ ਨਾ ਤੁਸੀਂ ਕੀਤਾ? ਕੋਈ ਤਾਲਮੇਲ ਨਹੀਂ ਹੋਇਆ। ਮਤਲਬ ਉਹ ਤਾਂ ਕਹਿੰਦੇ ਵੀ ਜੇ ਸਾਡਾ ਫੋਨ ਚੱਕਣਗੇ ਨਹੀਂ, ਮਤਲਬ ਕਿ ਕਰਦੇ ਹਾਂ ਅਸੀਂ ਚੱਕਾਂਗੇ ਨਹੀਂ, ਮਤਲਬ ਕਿ ਉੱਧਰੋਂ ਕਰਾ ਨਹੀਂ ਰਹੇ ਗੱਲਬਾਤ, ਉਹ ਕੋਈ ਗੱਲ ਨਹੀਂ ਕਰਾ ਰਹੇ ਉੱਧਰੋਂ। ਹੁਣ ਅਸੀਂ ਕਰਕੇ ਦੇਖ ਲਾਂਗੇ, ਚੱਕਣਗੇ ਤਾਂ ਗੱਲ ਹੋ ਜੂਗੀ, ਨਹੀਂ ਤਾਂ ਉਹਨਾਂ ਦੀ ਮਰਜ਼ੀ ਹੈ। ਬੱਚੀ ਦੀ ਸੰਭਾਲ ਕਰਨ ਲਈ ਹੁਣ ਕੌਣ ਹੈਗਾ ਉਹਨਾਂ ਦੇ ਘਰ 'ਚ? ਸੁਨਾਮ ਬੱਚੀ ਰਹਿ ਰਹੀ ਹੈ, ਉਹਦੀ ਸੰਭਾਲ ਕਰਨ ਲਈ ਕੋਈ ਔਰਤ ਕੌਣ ਹੈ ਹੁਣ? ਉਹਨਾਂ ਦੇ ਘਰ 'ਚ ਕੋਈ ਔਰਤ ਨਹੀਂ ਹੈਗੀ। ਉਹਨਾਂ ਦੀ ਚਾਚੀ ਆ, ਉਹ ਸੀਰੀਅਸ ਪਈ ਆ ਹੁਣ, ਤੇ ਉਹਨਾਂ ਦੇ ਘਰ 'ਚ ਕੋਈ ਵੀ ਹੈ ਨਹੀਂ, ਔਰਤ ਕੋਈ ਨਹੀਂ ਹੈਗੀ। ਦੱਸੋ ਬੰਦੇ ਕਿਵੇਂ ਸੰਭਾਲ ਕਰਨਗੇ ਬੱਚੀ ਦੀ? ਇਹ ਜੱਜ ਸਾਹਿਬ ਨੇ ਕਹਿਤਾ ਵੀ ਹਾਂ ਮੰਨਿਆ, ਤੁਹਾਡੇ ਘਰ ਇੰਨੀ ਦੇਰ ਰਹਿ ਗਈ ਕੁੜੀ, 9-10 ਸਾਲ ਰਹਿ ਗਈ, ਕੋਈ ਗੱਲ ਨਹੀਂ। ਪਾਪਾ ਦੀ ਜੱਜ ਸਾਹਿਬ ਨੂੰ ਇਹ ਵੀ ਤਾਂ ਪੁੱਛਣਾ ਚਾਹੀਦਾ, ਜਦੋਂ ਮੈਂ ਸਾਰੀ ਰਾਤ ਉਹਨੂੰ ਬੁਖਾਰ ਚੜ੍ਹਦਾ ਸੀ, ਮੈਂ ਬੈਠਦੀ ਸੀ, ਉਹਦਾ ਮੁੱਲ ਕੌਣ ਦੇਵੇਗਾ? ਅੱਜ ਮੈਂ ਆਪਣੀ ਬੱਚੀ ਨੂੰ ਮਿਲਣ ਤੋਂ ਵੀ ਤਰਸਾਂਗੀ। ਇਹ ਉਹ ਪਰਿਵਾਰ ਹੈ ਜਿਹੜਾ ਰੋ ਰੋ ਕੇ ਚੀਖ ਕੇ ਕਹਿ ਰਿਹਾ ਕਿ ਉਹ ਬੱਚੀ ਨੂੰ ਬੇਸ਼ੱਕ ਜਨਮ ਇਹਨਾਂ ਨੇ ਨਹੀਂ ਦਿੱਤਾ, ਪਰ ਇਹਨਾਂ ਦੀ ਅਟੈਚਮੈਂਟ ਬਹੁਤ ਜ਼ਿਆਦਾ ਸੀ, ਕਿਉਂਕਿ ਪਿਛਲੇ 8.5 ਸਾਲ ਤੋਂ ਇਹ ਬੱਚੀ ਨੂੰ ਮਾਂ-ਬਾਪ ਦੀ ਤਰ੍ਹਾਂ ਹੀ ਪਾਲ ਰਹੇ ਸੀ। ਔਰ ਉਸ ਤੋਂ ਬਾਅਦ ਬੱਚੀ ਉੱਥੇ ਚਲੀ ਗਈ ਹੈ। ਔਰ ਬੱਚੀ ਜਿਵੇਂ ਇਸ ਤਰ੍ਹਾਂ ਨੇ ਦੱਸਿਆ, ਭਾਵੁਕ ਹੋ ਕੇ ਇਹਨਾਂ ਨੇ ਦੱਸਿਆ ਕਿ ਬੱਚੀ ਉੱਥੇ ਜਾਣਾ ਨਹੀਂ ਚਾਹੁੰਦੀ ਸੀ। ਆਖਰੀ ਵਾਰ ਵੀ ਉਹਨੇ ਇਹਨਾਂ ਨੂੰ ਕਿਹਾ ਕਿ ਮੰਮੀ ਮੈਨੂੰ ਆਪਣੀ ਗੋਦੀ ਦਾ ਨਿੱਘ ਦੇ, ਮੈਨੂੰ ਸੌਂ ਲੈਣ ਦੇ, ਮੁੜ ਕੇ ਗੋਦੀ ਨਸੀਬ ਹੋਣੀ ਹੈ ਜਾਂ ਨਹੀਂ ਹੋਣੀ। ਸੋ ਬੇਸ਼ੱਕ ਜਿਹੜਾ ਅਦਾਲਤ ਦਾ ਫੈਸਲਾ ਹੈ ਉਹ ਉਹਨਾਂ ਦੇ ਬੱਚੀ ਦੇ ਜਿਹੜਾ ਅਸਲੀ ਪਿਤਾ ਹੈ, ਉਹਦਾ ਜਨਮਦਾਤਾ, ਉਹਦੇ ਪੱਖ 'ਚ ਉਹਨਾਂ ਨੇ ਦੇਤਾ ਹੈ। ਪਰ
ਉਹਦੇ ਅਸਲ ਮਾਂ-ਬਾਪ ਇਹ ਕਹਿੰਦੇ ਨੇ ਕਿ ਅਸੀਂ ਆ, ਕਿਉਂਕਿ ਇਹਨਾਂ ਨੇ ਅਸਲ 'ਚ ਵੀ ਅਸੀਂ ਕਹਿੰਦੇ ਆ ਕਿ ਜਿਹੜੇ ਜਨਮ ਦੇਣ ਵਾਲੋਂ ਪਾਲਣ ਵਾਲੇ ਨੇ ਜਿਹੜੇ ਉਹ ਜ਼ਿਆਦਾ ਨੇੜੇ ਹੁੰਦੇ ਆ ਮਾਂ-ਬਾਪ। ਸੋ ਉਹਨਾਂ ਦੇ ਜਨਮ ਦੇਣ ਵਾਲੀ ਜਿਹੜੀ ਮਾਂ ਸੀ ਉਹ ਤਲਾਕ ਦੇ ਕੇ ਚਲੇ ਗਈ। ਪਿਤਾ ਨੇ ਘਰ ਦੇ ਵਿੱਚ ਕੋਈ ਔਰਤ ਨਹੀਂ ਸੀ, ਉਹਨਾਂ ਨੇ ਉਹ ਬੱਚੀ ਛੱਡ ਦਿੱਤੀ, ਇਹਨਾਂ ਨੂੰ ਦੇਤੀ ਤੇ ਇਹਨਾਂ ਨੇ ਮਾਂ-ਬਾਪ ਬਣ ਕੇ ਉਸ ਬੱਚੀ ਦੀ ਜਿਹੜਾ ਪਾਲਣ ਪੋਸ਼ਣ ਕੀਤਾ। ਇੱਕ ਵਧੀਆ ਪਟਿਆਲੇ ਦੇ ਜਿਹੜੇ ਕਨਵੈਂਟ ਸਕੂਲ 'ਚ ਬੱਚੀ ਨੂੰ ਪੜ੍ਹਾ ਰਹੇ ਸੀ ਔਰ ਪਿਛਲੇ 8 ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਸੋ ਇੱਕ ਖੁੰਦਕ ਕਰਕੇ ਕਿ ਉਹਨਾਂ ਨੇ ਇਹ ਕਿਹਾ ਕਿ ਬੱਚੀ ਦੀ ਜਿਹੜੀ ਸਟੈਪ ਮਦਰ ਸੀ ਉਹਨੂੰ ਉਹਨਾਂ ਨੇ ਤਲਾਕ ਦੇਣਾ ਸੀ ਔਰ ਇਹਨਾਂ 'ਤੇ ਪ੍ਰੈਸ਼ਰਾਈਜ਼ ਇਹਨਾਂ ਨੂੰ ਕੀਤਾ ਗਿਆ, ਇਹਨਾਂ 'ਤੇ ਪ੍ਰੈਸ਼ਰ ਪਾਇਆ ਗਿਆ ਕਿ ਉਹਦੇ ਕਰੈਕਟਰ ਬਾਰੇ ਜਿਹੜੇ ਤੁਸੀਂ ਬਲੇਮ ਲਾਓ, ਇੱਥੇ ਰਿਪੋਰਟ ਲਿਖਾਓ। ਔਰ ਇਹਨਾਂ ਨੇ ਕਿਹਾ ਕਿ ਅਸੀਂ ਧੀਆਂ ਵਾਲਾ ਪਰਿਵਾਰ ਹੈ, ਅਸੀਂ ਉਹਦੇ ਕਰੈਕਟਰ 'ਤੇ ਉਂਗਲ ਨਹੀਂ ਚੁੱਕਣੀ, ਕਿਸੇ ਦੀ ਧੀ ਭੈਣ ਬਾਰੇ ਮਾੜਾ ਨਹੀਂ ਬੋਲਣਾ। ਸੋ ਇਸ ਖੁੰਦਕ ਕਰਕੇ ਉਹਨਾਂ ਨੂੰ ਪਤਾ ਸੀ ਕਿ ਉਸ ਬੱਚੀ ਦੇ ਵਿੱਚ ਇਹਨਾਂ ਦੀ ਜਾਨ ਵਸਦੀ ਹੈ। ਸੋ ਉਹ ਆਪਣੀ ਬੱਚੀ ਨੂੰ ਇੱਥੋਂ ਅਦਾਲਤ ਦੇ ਥਰੂ ਜਿਹੜਾ ਚਾਰਾਜੋਈ ਕਰਕੇ ਲੈ ਗਏ ਨੇ ਔਰ ਕੱਲ੍ਹ ਤੋਂ ਬਾਅਦ ਨਾ ਬੱਚੀ ਦਾ ਇਹਨਾਂ ਨਾਲ ਕੋਈ ਸੰਪਰਕ ਹੋਣ ਦਿੱਤਾ ਹੈ, ਨਾ ਹੀ ਇਹਨਾਂ ਦਾ ਕੋਈ ਉਹਨਾਂ ਨਾਲ ਸੰਪਰਕ ਹੋਇਆ। ਸੋ ਆਉਣ ਵਾਲੇ ਸਮੇਂ ਵਿੱਚ ਇਹ ਕਹਿ ਰਹੇ ਆ ਕਿ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਸੋ ਸੁਪਰੀਮ ਕੋਰਟ ਇਸ ਮਾਮਲੇ 'ਚ ਕੀ ਫੈਸਲਾ ਲੈਂਦੀ ਹੈ ਇਹ ਦੇਖਣਾ ਹੋਵੇਗਾ। ਪਟਿਆਲਾ ਤੋਂ ਸਪੋਕਸਮੈਨ ਟੀਵੀ ਲਈ ਤਜਿੰਦਰ, ਫਤਿਹਪੁਰ।